ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੈ ਹੋਏ ਲੇਤ ਹੈ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਭਾਵਨੀ ਭਗਤ ਭਾਏ ਕਉਡੀ ਅਗਰ ਭਾਗ ਰਾਖੈ। ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ। ਨਮੋ 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 ਨੇਤ 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 ਹੈ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ। ਨਮੋ 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 ਨੇਤ 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 ਹੈ। ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾ। ਸ਼ੰਤ ਘਰ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਹਰਿ ਕਾ ਏਕ ਅਚੰਭਾ ਦੇਖਿਆ ਮੇਰੇ ਲਾਲ ਜੀਓ। ਜੋ ਕਰੇ ਸੋ ਧਰਮ ਨਿਆਏ ਰਾਮ। ਹਰ ਰੰਗ ਅਖਾੜਾ ਪਾਇਓਨ ਮੇਰੇ ਲਾਲ ਜੀਓ। ਆਵਨ ਜਾਨ ਸਬਾਏ ਰਾਮ। ਹਰਿ ਕਾ ਏਕ ਅਚੰਭਾ ਦੇਖਿਆ ਮੇਰੇ ਲਾਲ ਜੀਓ। ਜੋ ਕਰੇ ਸੋ ਧਰਮ ਨਿਆਏ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸਾਹਿਬੇ ਕਮਾਲ ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਦਾਨ। ਵਾਲੀਏ ਕੁਲ ਆਲਮ ਸਰਵਰੇ ਕਾਇਨਾਤ ਚਵਰ ਛਤਰ ਤਖਤ ਦੇ ਮਾਲਕ। ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ। ਸ਼ਬਦ ਬ੍ਰਹਮ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਮੁਕੱਦਸ ਗੋਦ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਸਰਬੱਤ ਮਾਈ ਭਾਈ ਗੁਰੂ ਚਰਨਾਂ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨਾਂ ਅੰਦਰ
ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਦੀ ਬਹੁਤ ਕਿਰਪਾ ਹੋਈ ਹੈ। ਦਇਆ ਮਇਆ ਸਦਕਾ ਸਾਨੂੰ ਕਲਯੁਗੀ ਜੀਵਾਂ ਨੂੰ ਮਹਾਰਾਜ ਜੀ ਨੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਆਪਣੀ ਚਰਨ ਸ਼ਰਨ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਬਖਸ਼ਿਆ ਹੈ। ਗੁਰੂ ਪਿਆਰ ਵਾਲਿਆਂ ਨੂੰ ਗੁਰੂ ਦਰਬਾਰ ਦੀ ਸੇਵਾ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ। ਆਪ ਜੀ ਸਰਬੱਤ ਮਾਈ ਪਾਈ ਧੰਨਤਾ ਜੋਗ ਹੋ। ਗੁਰੂ ਚਰਨਾਂ ਵਿੱਚ 5 ਬਾਣੀਆਂ ਦੇ ਨਿਤਨੇਮ ਹੋਏ ਨੇ। ਲੜੀਵਾਰ ਚੱਲ ਰਹੀ ਕਥਾ ਵਿਚਾਰ ਸਰਵਣ ਕਰੀਏ। ਸ਼ਰਧਾ ਅਤੇ ਭਾਵਨਾ ਦੇ ਸਹਿਤ ਆਪਣੀਆਂ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਹਾਜ਼ਰੀ ਲਵਾਈਏ, ਰਸਨਾ ਕਰੀਏ ਪਵਿੱਤਰ। ਸਾਰੀ ਸੰਗਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾ। ਸ਼ੰਤ ਘਰ ਪਹਿਲਾ। ਬਿਹਾਗੜੇ ਰਾਗ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸੱਚੀ ਸਰਕਾਰ, ਨਿਮਰਤਾ ਦੀ ਮੂਰਤ, ਗਿਆਨ ਦੇ ਸਾਗਰ, ਬਾਣੀ ਕੇ ਬੋਹਿਤ, ਕਲਯੁਗ ਕੇ ਰਖਿਅਕ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੰਤ ਉਚਾਰਨਾ ਕਰਦੇ ਹਨ ਪਹਿਲੇ ਘਰ ਸੁਰ ਤਾਲ ਦੇ ਅੰਦਰ। ਗੁਰੂ ਰਾਮਦਾਸ ਸਾਹਿਬ ਜੀਆਂ ਦੇ ਜੋ ਸ਼ੰਤ ਸਨ, ਆਪਾਂ ਪਿਛਲੇ ਦੀਵਾਨਾਂ ਅੰਦਰ ਸਰਵਣ ਕੀਤੇ ਨੇ। ਅੱਜ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਵਿੱਤਰ ਬਾਣੀ ਜੋ ਬਿਹਾਗੜੇ ਰਾਗ ਅੰਦਰ ਹੈ, ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਸਰੂਪ ਪਰਮਾਤਮਾ ਜੋ ਦਵੈਸ਼ ਤੋਂ ਰਹਿਤ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ ਰੂਪ ਹੈ, ਸਾਰਿਆਂ ਦੇ ਵਿੱਚ ਵਿਆਪਕ ਹੈ। ਸਤ ਚੇਤਨ ਆਨੰਦ ਸਰੂਪ, ਸਤਿਗੁਰਾਂ ਦੀ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਇਸ ਸ਼ਬਦ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਸ ਵੇਲੇ ਉਚਾਰਨ ਕੀਤਾ? ਉਥਾਨਕਾ ਵਿੱਚ ਜ਼ਿਕਰ ਆਉਂਦਾ, ਭਾਈ ਸਿਹਾਰੀ ਮੱਲ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਤਾਇਆ ਜੀ ਲੱਗਦੇ ਹਨ। ਰਿਸ਼ਤੇਦਾਰੀ ਵਜੋਂ ਤਾਇਆ ਜੀ ਲੱਗਦੇ ਨੇ, ਲਾਹੌਰ ਵਿੱਚ ਰਹਿੰਦੇ। ਉਹਨਾਂ ਦੇ ਪੁੱਤਰ ਭਾਈ ਸੁਭਾਗੇ ਨੇ ਆ ਕੇ ਬੇਨਤੀ ਕੀਤੀ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਕੇ ਮੈਨੂੰ ਗੁਰਸਿੱਖੀ ਬਖਸ਼ੋ, ਮੇਰੇ ਤੇ ਕਿਰਪਾ ਰਹਿਮਤ ਕਰੋ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭਾਈ ਸੁਭਾਗੇ ਦੇ ਉੱਪਰ ਬਖਸ਼ਿਸ਼ਾਂ ਕਰ ਰਹੇ ਨੇ। ਮੇਰੇ ਲਾਲ ਜੀਓ, ਇਹ ਸ਼ਬਦ ਕਹਿ ਕੇ ਸਤਿਕਾਰ ਦੇ ਨਾਲ ਉਪਦੇਸ਼ ਦਿੱਤਾ। ਜਿਹੜੀਆਂ ਇਹ ਉਥਾਨਕਾਂ ਹੁੰਦੀਆਂ ਹਨ ਸਾਧ ਸੰਗਤ ਦੀ, ਇਸ ਦੇ ਦੁਆਰਾ ਸਾਨੂੰ ਗੁਰਬਾਣੀ ਦੀ ਰਚਨਾ ਦੀ ਥਾਂ ਬਾਰੇ ਪਤਾ ਲੱਗਦਾ ਹੈ। ਕਦੋਂ ਮਹਾਰਾਜ ਸਾਹਿਬ ਜੀ ਨੇ ਸ਼ਬਦ ਉਚਾਰਿਆ, ਕੀ ਕਾਰਨ ਬਣਿਆ? ਕਿਉਂਕਿ ਗੁਰਬਾਣੀ ਨੂੰ ਉਚਾਰਨ ਦਾ ਕੋਈ ਮਕਸਦ ਸੀ, ਨਹੀਂ ਤਾਂ ਧਾਰਮਿਕ ਗ੍ਰੰਥ ਪਹਿਲਾਂ ਹੀ ਦੁਨੀਆ ਤੇ ਬੜੇ ਨੇ। ਮਕਸਦ ਕੀ ਸੀ? ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਦੁਨੀਆ ਨੂੰ ਸਹੀ ਰਸਤਾ ਦਿਖਾਉਣ ਵਾਸਤੇ
ਪਰਮੇਸ਼ਰ ਦੀ ਭਾਉ ਭਗਤੀ ਦਾ ਮਾਰਗ ਦਰਸਾਉਣ ਵਾਸਤੇ ਦੁਨੀਆ ਦੇ ਲੋਕਾਂ ਨੂੰ ਮੰਦ ਕਰਮਾਂ ਤੋਂ, ਵਿਸ਼ਿਆਂ ਵਿਕਾਰਾਂ ਤੋਂ, ਸੰਸਾਰੀ ਜੰਜਾਲਾਂ ਤੋਂ ਮੁਕਤੀ ਦੇਣ ਵਾਸਤੇ ਮਹਾਰਾਜ ਸਾਹਿਬ ਜੀ ਨੇ ਇਹ ਉਪਦੇਸ਼ ਦਿੱਤਾ ਹੈ। ਇਸ ਨੂੰ ਉਚਾਰਨ ਦਾ ਕੋਈ ਸਬੱਬ ਜ਼ਰੂਰ ਬਣਿਆ ਹੈ। ਜਿਵੇਂ ਸਿੱਧ ਗੋਸ਼ਟ ਬਾਣੀ ਹੈ, ਉਸ ਨੂੰ ਉਚਾਰਨ ਦਾ ਸਬੱਬ ਤਾਂ ਹੀ ਬਣਿਆ ਜੇ ਸਿੱਧਾਂ ਦੇ ਨਾਲ ਗੋਸ਼ਟ ਹੋਈ ਹੈ। ਪੱਟੀ ਨਾਮ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਜਦੋਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਦਵਾਨ ਕਿਸੇ ਦੇ ਪਾਸ ਪੜ੍ਹਨ ਜਾਂਦੇ ਨੇ, ਉੱਥੇ ਉਹ ਦੁਨਿਆਵੀ ਪੜ੍ਹਾਈ ਪੜ੍ਹਾਉਂਦੇ ਨੇ। ਗੁਰੂ ਨਾਨਕ ਦੇਵ ਸਾਹਿਬ ਜੀ ਉਹਨਾਂ ਨੂੰ ਅਧਿਆਤਮਿਕ ਵਿਦਿਆ ਬਾਰੇ ਚਾਨਣਾ ਪਾਉਂਦੇ ਨੇ। ਪੱਟੀ ਬਾਣੀ ਉਚਾਰਨ ਕਰਦੇ ਨੇ, ਭਗਤਾਂ ਨੇ ਉਚਾਰਨ ਕੀਤੀ ਹੈ। ਇਹ ਉਥਾਨਕਾਵਾਂ ਹਨ ਉਹਨਾਂ ਬਾਣੀਆਂ ਦੀਆਂ। ਇਸੇ ਤਰ੍ਹਾਂ ਹੋਰ ਵੀ ਅਨੇਕਾਂ ਬਾਣੀਆਂ ਨੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਪ੍ਰਥਾਏ ਉਚਾਰਨ ਕੀਤਾ ਗਿਆ। ਇਹ ਉਪਦੇਸ਼ ਸਾਰਿਆਂ ਦੇ ਲਈ ਸਾਂਝਾ ਹੁੰਦਾ ਹੈ। ਜਿਵੇਂ ਭਾਈ ਲਾਲੋ ਜੀ ਦੇ ਘਰ ਗੁਰੂ ਨਾਨਕ ਦੇਵ ਸਾਹਿਬ ਜੀ ਗਏ, ਉੱਥੇ ਜਾ ਕੇ ਮਹਾਰਾਜ ਸਾਹਿਬ ਜੀ ਨੇ ਜੋ ਸ਼ਬਦ ਉਚਾਰਿਆ ਆਪਾਂ ਪੜ੍ਹਨਾ ਹੀ ਆ। ਗੁਰੂ ਸਾਹਿਬ ਜੀ ਨੇ ਭਾਈ ਲਾਲੋ ਜੀ ਦਾ ਉਸ ਸ਼ਬਦ ਦੇ ਵਿੱਚ ਵਾਰ-ਵਾਰ ਨਾਮ ਲਿਆ ਹੈ। ਵਾਰ-ਵਾਰ ਨਾਮ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਲਾਲੋ ਨੂੰ ਸੰਬੋਧਨ ਕਰਕੇ ਇਹ ਸ਼ਬਦ ਉਚਾਰਨ ਕੀਤਾ। ਇਹ ਉਥਾਨਕਾ ਹੈ, ਉੱਥੋਂ ਪਤਾ ਲੱਗਦਾ। ਇਸੇ ਤਰ੍ਹਾਂ ਇਸ ਸ਼ਬਦ ਦੇ ਅੰਦਰ ਮੇਰੇ ਲਾਲ ਜੀਓ, ਜੇ ਅੰਤਰੀਵ ਅਰਥ ਕਰਾਂਗੇ ਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਵਾਚਕ ਹੈ। ਜੋ ਅਖਰੀ ਅਰਥ ਜੋ ਹਨ ਉਥਾਨਕਾ ਦੇ ਮੁਤਾਬਕ, ਤੇ ਭਾਈ ਸਿਹਾਰੀ ਮੱਲ ਜੀ ਦੇ ਪੁੱਤਰ ਭਾਈ ਸੁਭਾਗੇ ਨੂੰ ਮਹਾਰਾਜ ਸਾਹਿਬ ਜੀ ਨੇ ਮੇਰੇ ਲਾਲ ਜੀਓ, ਪਿਆਰੇ ਜੀ ਕਹਿ ਕੇ ਬੜੇ ਸਤਿਕਾਰ ਦੇ ਨਾਲ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜੋ ਸਾਰੇ ਸੰਸਾਰ ਦੇ ਲਈ ਸਾਂਝਾ ਉਪਦੇਸ਼ ਹੈ। ਸਾਰਿਆਂ ਨੂੰ ਗੁਰਸਿੱਖੀ ਦੇ ਨਾਲ ਜੋੜਨ ਲਈ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ। ਜਦੋਂ ਭਾਈ ਸਿਹਾਰੀ ਮੱਲ ਜੀ ਦੇ ਪੁੱਤਰ ਸੁਭਾਗੇ ਨੇ ਬੇਨਤੀ ਕੀਤੀ, ਮਹਾਰਾਜ ਜੀ ਫਰਮਾਉਂਦੇ ਹਨ, ਹਰ ਕਾ ਏਕ ਅਚੰਭਾ ਦੇਖਿਆ ਮੇਰੇ ਲਾਲ ਜੀਓ। ਹੇ ਮੇਰੇ ਪਿਆਰੇ, ਹੇ ਮੇਰੇ ਲਾਲ ਜੀ, ਹਰੀ ਪਰਮਾਤਮਾ ਅਕਾਲ ਪੁਰਖ ਦਾ ਅਸਾਂ ਨੇ ਇੱਕ ਅਚੰਭਾ ਅਸਚਰਜ ਕੌਤਕ ਦੇਖਿਆ ਹੈ। ਜੋ ਕਰੇ ਸੋ ਧਰਮ ਨਿਆਏ RAM। ਜੋ RAM ਰਮਿਆ ਹੋਇਆ ਪਰਮੇਸ਼ਰ ਹੈ, ਉਹ ਜੋ ਕੁਝ ਵੀ ਕਰਦਾ ਹੈ ਨਾ, ਉਹ ਧਰਮ ਦਾ ਨਿਆਂ ਹੀ ਕਰਦਾ ਹੈ। ਧਰਮ ਦਾ ਇਨਸਾਫ ਹੀ ਹੁੰਦਾ ਹੈ। ਜੋ ਵੀ ਪਰਮਾਤਮਾ ਕਰਦਾ ਉਹ ਇਨਸਾਫ ਹੈ, ਉਹ ਕੋਈ ਮਾੜਾ ਨਹੀਂ ਕਰਦਾ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ 4 ਪੌੜੀਆਂ ਉਚਾਰਨ ਕੀਤੀਆਂ ਨੇ, ਜਿਨ੍ਹਾਂ ਦੇ ਅਖੀਰ ਵਿੱਚ ਇੱਕੋ ਜਿਹੀਆਂ ਤੁਕਾਂ ਆਉਂਦੀਆਂ ਨੇ। ਆਪਾਂ ਪੜ੍ਹਦੇ ਆ, ਜੋ ਤੁਧ ਭਾਵੈ ਸਾਈ ਭਲੀ ਕਾਰ। ਪਰਮੇਸ਼ਰ ਜੋ ਵੀ ਤੈਨੂੰ ਚੰਗਾ ਲੱਗਦਾ ਨਾ, ਜੋ ਵੀ ਤੈਨੂੰ ਭਾਉਂਦਾ ਉਹੀ ਚੰਗਾ ਹੈ। ਮਨੁੱਖ ਕਈ ਤਰ੍ਹਾਂ ਦੀਆਂ ਮਨ ਵਿੱਚ ਚਿਤਵਣੀਆਂ ਲੈਂਦਾ ਹੈ ਕਿ ਇਹ ਰੱਬ ਨੇ ਮਾੜਾ ਕੀਤਾ, ਇਹ ਪਰਮੇਸ਼ਰ ਨੇ ਬਹੁਤ ਜ਼ਿਆਦਾ ਬੁਰਾ ਕੀਤਾ ਹੈ, ਚੰਗਾ ਨਹੀਂ। ਨਹੀਂ ਭਾਈ, ਜੋ ਵੀ ਪਰਮੇਸ਼ਰ ਕਰਦਾ ਨਾ, ਉਹ ਧਰਮ ਦਾ ਇਨਸਾਫ ਕਰਦਾ ਹੈ। ਕੋਈ ਵੀ ਗਲਤ ਨਹੀਂ ਕਰ ਰਿਹਾ। ਪਰਮਾਤਮਾ ਨੇ ਜੋ ਕੁਝ ਕੀਤਾ ਹੈ ਤੇ ਜੋ ਕੁਝ ਕਰਨਾ ਉਹ ਠੀਕ ਹੈ। ਜਿਵੇਂ ਇੱਕ ਕਹਾਵਤ ਹੁੰਦੀ ਹੈ, ਬਾਦਸ਼ਾਹ ਕਿਸੇ ਕਾਰਨ ਉਹਦੀ ਉਂਗਲ ਕੱਟੀ ਜਾਂਦੀ ਹੈ। ਬਾਦਸ਼ਾਹ ਦੀ ਉਂਗਲ ਵੱਢੀ ਗਈ ਤੇ ਆ ਕੇ ਆਪਣੇ ਮਹਿਲਾਂ ਵਿੱਚ ਵਜ਼ੀਰ ਨੂੰ ਕਹਿਣ ਲੱਗਾ, ਵਜ਼ੀਰ ਜੀ ਮੇਰੀ ਉਂਗਲ ਵੱਢੀ ਗਈ। ਵਜ਼ੀਰ ਕਹਿੰਦਾ, ਚੰਗਾ ਹੋਇਆ। ਕਿਸੇ ਦੇ ਸੱਟ ਲੱਗ ਜਾਏ ਤੇ ਉਹ ਆ ਕੇ ਆਪਾਂ ਨੂੰ ਦੱਸੇ ਵੀ ਮੇਰੇ ਅੱਜ ਸੱਟ ਲੱਗ ਗਈ, ਆਪਾਂ ਕਹਿ ਦਈਏ ਵੀ ਚੰਗਾ ਹੋਇਆ।
कितना बुरा वो मनाएगा भी ये तू की कहना मेरे सट लग गई है ते तू कहना चंगा होया। राजे नूं बड़ा गुस्सा चढ़िया ते वजीर नूं कैद कर दिता, जेल विच बंद कर दिता। उस वेले राजे नूं जान लगा वजीर कहंदा चंगा होया। वो कहंदा ये बंदा कमाल दा, ਇਹਨੂੰ मैं कैदखाने विच बंद कर रहा तो ये फिर भी कही जाता भी चंगा होया, भी मैं कैद विच जा रहा ये भी चंगा होया। राजा एक दिन शिकार खेडन गया, कल्ला ही चले गया। पहला वजीर नाल हुंदा सी, अज कल्ला ही चले गया, बड़ी दूर निकल गया। जंगल दे विच कुछ ऐसा इलाका सी, कहंदे उत्थों दे लोग देवी दे पुजारी सन। उन्हां राजे नूं नौजवान सुंदर जान के ते पकड़ लिया, पकड़ के ते इहनूं बन लिया। कहंदे देवी नूं खुश करन वास्ते इस दी बलि देआंगे। देवी बड़ी खुश होवेगी। जदों बलि देण वास्ते तैयारी कीती गई, जदों बलि देण वास्ते तैयारी कीती गई ते उस वेले इशनान कराया, सुंदर कपड़े पवा दिते गए। सियाणा पुरुष आया, जिहड़ा उन्हां दे मुताबिक सियाणा, वैसे जिहड़े बलि देण वाले सियाणे थोड़ो हुंदे ने। कोई आया, कहन लगे आके तुसी भाई बलि देण लगे हो, पहलां देख लवो भी ये अंगहीन तां नहीं किते। जे अंगहीन है तो इहदी बलि दित्ती होई मंजूर नहीं होवेगी। ਇਹਦੇ अंग वेखो साबित ਹਨ कि नहीं। ਜਦੋਂ देखिया तो ਉਹਦੀ ਉਂਗਲ ਕੱਟੀ ਹੋਈ। ਕਹਿੰਦੇ ਵੀ ਇਹਦੀ ਬਲੀ ਦਿੱਤੀ ਹੋਈ ਮਨਜ਼ੂਰ ਨਹੀਂ ਹੋਣੀ। ਕਹਿੰਦੇ ਬਲੀ ਦਿੱਤੀ ਹੋਈ ਮਨਜ਼ੂਰ ਨਹੀਂ ਹੋਣੀ ਹੈ। ਉਹਨਾਂ ਨੇ ਫਿਰ ਦਿੱਤਾ। ਰਾਜਾ ਆਪਣੇ ਮਹਿਲਾਂ ਦੇ ਵਿੱਚ ਆਇਆ ਤੇ ਵਜ਼ੀਰ ਨੂੰ ਕੈਦਖਾਨੇ ਵਿੱਚੋਂ ਕੱਢਿਆ। बड़ा शुक्र किया। कहते वजीर साहब तुही उदे ये गल कही सी कि उंगल कट्टी गई चंगा होया। अज मैनू एहसास होया इस गल का भी वाकई मेरी उंगल वड्डी होण करके अज मेरी जान बख्शी गई है। पर मेरी मन विच मेरी विचार विच एक शंका जरूर है, वो भी निवृत्त करो। कहते जी दसो। कहते जदों मेरी उंगल वड्डी सी उदों मैं तैनूं कहा सी ते तू कहा भी चंगा होया, ते जदों तैनूं कैदखाने विच बंद कीता सी उदों भी कहा भी चंगा होया। इहदा की मतलब? कहंदे राजा साहब जदों तू मेरे पास आके कहा सी उंगल वड्डी गई, मैं कहा सी चंगा होया, ये तां चंगा कहा कि जो परमात्मा करदा ना वो चंगा ही करदा। जे तू मैनू नाल लै जांदा अपने, तैनू तो उन्होंने छड्ड देना सी अंगहीन होण करके। मैं तो साबित सी ते मेरी बलि चढ़ा देनी सी। तेरी उंगल वड्डी गई, तेरी जान बच गई। चंगा ही होया भी उंगल वड्डण करके जान बच गई है। जे उंगल ना वड्डी हुंदी ते तेरी जान चली जानी सी। मैं कैदखाने विच पै के तां कहा सी चंगा होया, नहीं तो मैं तेरे नाल जाना सी ते मेरी बलि दे देनी सी उन्होंने। चंगा होया तू भी बच गया ते मैं भी बच गया। जिमींदार सी कोई, बोड़ दे दरख्त थले सुता होया, लम्मे पिया पिया। जदों उपर निगाह पई ते नाल ही कुछ वल्लां सन जिन्हां नूं हदवाणे लगे होए। ते मन विच सोचन लगा, कहंदा रब भी ना कमाल ही करी जांदा है। इहनूं पता ही नहीं भी किहड़े बूटे नूं किहो जिहा फल लाउणा है। वो जिमींदार रब दे विच गलतियां कढ रिहा। कहंदा एडा वड्डा दरख्त बोड़ दा ते इहनूं निक्कियां निक्कियां गोलां लाईयां ने ते निक्की जी वल है ते इहनूं बिल्कुल वड्डे वड्डे जिहड़े हन हदवाणे ला दित्ते ने। ये तां रब ने वितकरा कीता। ये इंसाफ वाली गल थोड़ो है। वड्डे दरख्त नूं निक्के निक्के फल लाए ने ते निक्के बूटे नूं वड्डे वड्डे फल लगा दिते। ये तां न्याय वाली गल ना होई। परमेश्वर दा ऐसा कौतक वरतिया। पंछी बैठा सी बोड़ दे दरख्त उपर ते उहने
ਇੱਕ ਗੋਲ ਨੂੰ ਟੁੱਕ ਕੇ ਜਦੋਂ ਸੁੱਟਿਆ ਤੇ ਇਹਦੇ ਆ ਕੇ ਨੱਕ ਤੇ ਵੱਜੀ। ਤੇ ਫਿਰ ਸੋਚਣ ਲੱਗਾ ਰੱਬਾ ਚੰਗਾ ਹੀ ਹੋਇਆ, ਜੇ ਕਿਤੇ ਇਹਦੀ ਥਾਂ ਤੇ ਹਦਵਾਣਾ ਲੱਗਾ ਹੁੰਦਾ ਤੇ ਮੇਰੀ ਕੀ ਹਾਲਤ ਹੁੰਦੀ। ਸੋਚ ਗਏ ਬਈ ਜੇ ਬੋਹੜ ਦੇ ਦਰਖਤ ਨੂੰ ਹਦਵਾਣੇ ਲੱਗੇ ਹੋਣ ਤੇ ਜਿਹੜੇ ਥੱਲੇ ਬਹਿੰਦੇ ਨੇ ਤੇ ਉਹਨਾਂ ਦੇ ਸਿਰ 'ਚ ਆ ਕੇ ਵੱਜੇ, ਕੀ ਬਣੇਗਾ। ਫਿਰ ਕਹਿੰਦਾ ਰੱਬ ਠੀਕ ਹੀ ਕੀਤਾ ਹੈ, ਛੋਟੀਆਂ ਵੱਲਾਂ ਨੂੰ ਵੱਡੇ ਫਲ ਲਾਏ ਨੇ ਜੋ ਧਰਤੀ 'ਤੇ ਵਿਛੀਆਂ ਹੋਈਆਂ ਨੇ, ਵੱਡੇ ਵੱਡੇ ਦਰਖਤਾਂ ਨੂੰ ਛੋਟੇ ਫਲ ਲਾਏ ਹਨ। ਜੋ ਵੀ ਪ੍ਰਮਾਤਮਾ ਕਰਦਾ ਨਾ, ਜੋ ਤੁਧ ਭਾਵੈ ਸਾਈ ਭਲੀ ਕਾਰ, ਉਹੀ ਚੰਗਾ ਹੈ ਭਾਈ। ਪਰਮੇਸ਼ਰ ਜੋ ਵੀ ਕਰਦਾ ਹੈ ਨਾ, ਸੋ ਧਰਮ ਨਿਆਏ ਰਾਮ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਉਹ ਧਰਮ ਦਾ ਨਿਆਂ ਹੈ, ਧਰਮ ਦਾ ਇਨਸਾਫ ਹੈ। ਇਹੀ ਤਾਂ ਪਰਮੇਸ਼ਰ ਦੀ ਅਚਰਜਤਾ ਹੈ, ਇਹੀ ਤਾਂ ਅਚੰਭੇ ਵਾਲੀ ਗੱਲ ਹੈ ਕਿ ਪਰਮੇਸ਼ਰ ਧਰਮ ਦਾ ਨਿਆਂ ਕਰਦਾ ਹੈ, ਇਨਸਾਫ ਕਰਦਾ ਹੈ। ਇਹ ਉਸ ਦਾ ਕੌਤਕ ਹੈ, ਅਚਰਜਤਾ ਹੈ। ਹਰ ਰੰਗ ਅਖਾੜਾ ਪਾਇਓ ਨਾ ਮੇਰੇ ਲਾਲ ਜੀਓ। ਪਰਮੇਸ਼ਰ ਵਾਹਿਗੁਰੂ ਨੇ ਕਈ ਰੰਗਾਂ ਦਾ ਇਹ ਸੰਸਾਰ ਰੂਪੀ ਅਖਾੜਾ ਰਚਿਆ ਏ, ਉਤਪੰਨ ਪੈਦਾ ਕੀਤਾ ਏ। ਇਸ ਅਖਾੜੇ ਦੇ ਵਿੱਚ ਜੰਗ ਚੱਲ ਰਹੀ ਹੈ। ਕਿਹਨਾਂ ਦੀ ਜੰਗ ਚੱਲ ਰਹੀ ਹੈ? ਇਹਦੇ ਵਿੱਚ ਸਾਧ ਸੰਗਤ ਜੀ ਰਾਗ ਤੇ ਦਵੈਸ਼ ਦੀ ਜੰਗ ਹੈ, ਵਿਵੇਕ ਤੇ ਪਾਪ ਦੀ ਜੰਗ ਹੈ। ਇਹਦੇ ਵਿੱਚ ਗੁਰਮੁਖਾਂ ਦੀ ਤੇ ਮਨਮੁਖਾਂ ਦੀ ਜੰਗ ਹੈ। ਇਸ ਸੰਸਾਰ ਰੂਪੀ ਅਖਾੜੇ ਦੇ ਵਿੱਚ ਗੁਰਮੁਖ ਦੀ ਤੇ ਮਨਮੁਖ ਦੀ, ਆਸਤਿਕ ਅਤੇ ਨਾਸਤਿਕ ਦੀ ਜੰਗ ਚੱਲ ਰਹੀ ਹੈ, ਸੱਚ ਅਤੇ ਝੂਠ ਦੀ ਜੰਗ ਚੱਲ ਰਹੀ ਹੈ। ਤੇ ਜਿੱਤ ਸਦਾ ਹੀ ਸੱਚ ਦੀ ਹੋਣੀ ਹੈ, ਜਿੱਤ ਸੰਸਾਰ ਵਿੱਚ ਗੁਰਮੁਖਾਂ ਦੀ ਹੋਣੀ ਹੈ, ਜਿੱਤ ਇੱਥੇ ਆਸਤਿਕਾਂ ਦੀ ਹੋਣੀ ਹੈ, ਜਿੱਤ ਵਿਵੇਕ ਦੀ ਹੋਵੇਗੀ। ਤੇ ਜਿਹੜੇ ਮਨਮੁਖ ਹਨ, ਝੂਠ ਹੈ, ਇਹ ਸਭ ਹਾਰ ਜਾਵੇਗਾ। ਇਹਨਾਂ ਦੀ ਹਾਰ ਹੁੰਦੀ ਹੈ ਇਸ ਸੰਸਾਰ ਰੂਪੀ ਅਖਾੜੇ ਦੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਈ ਰੰਗਾਂ ਦਾ ਇਹ ਸੰਸਾਰ ਰੂਪੀ ਅਖਾੜਾ ਪਰਮੇਸ਼ਰ ਵਾਹਿਗੁਰੂ ਨੇ ਰਚਿਆ ਹੈ। ਤੇ ਹੇ ਮੇਰੇ ਪਿਆਰੇ ਜੀ, ਆਵਣ ਜਾਨ ਸਬਾਏ RAM। ਆਉਣਾ ਜਾਣਾ ਸਾਰਿਆਂ ਦਾ ਬਣਾਇਆ ਹੈ। ਕਈ ਆ ਰਹੇ ਨੇ, ਕੋਈ ਸੰਸਾਰ ਤੋਂ ਜਾ ਰਿਹਾ ਹੈ। ਆਵਣ ਤਾਂ ਜਾਣਾ ਤਿਨਹਿ ਕੀਆ, ਜਿਨ ਮੇਦਨ ਸਿਰਜੀਆ। ਆਉਣਾ ਜਾਣਾ ਉਸ ਪਰਮਾਤਮਾ ਅਕਾਲ ਪੁਰਖ ਨੇ ਕੀਤਾ ਹੋਇਆ, ਜਿਸ ਨੇ ਇਸ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ, ਸੰਸਾਰ ਨੂੰ ਸਿਰਜਿਆ ਹੈ। ਇਕ ਨਾ ਮੇਲ ਸਤਿਗੁਰ ਮਹਿਲ ਬੁਲਾਏ। ਇਕਨਾਂ ਨੂੰ, ਇਕਨਾਂ ਦਾ ਭਾਵ ਹੈ ਵੀ ਕਈਆਂ ਨੂੰ। ਕਈ ਐਸੇ ਹਨ ਜਿਹੜੇ ਰੱਬ ਦੇ ਪਿਆਰੇ, ਜਿਨ੍ਹਾਂ ਨੂੰ ਪਰਮੇਸ਼ਰ ਨੇ ਸਤਿਗੁਰਾਂ ਦੀ ਕਿਰਪਾ ਨਾਲ ਆਪਣੇ ਪਾਸ ਬੁਲਾਇਆ। ਸਤਿਗੁਰਾਂ ਨੇ ਆਪਣੇ ਪਾਸ ਬੁਲਾਇਆ, ਪਰਮੇਸ਼ਰ ਨਾਲ ਜੋੜਿਆ ਤੇ ਸਰੂਪ ਰੂਪੀ ਮਹਿਲ ਦੇ ਵਿੱਚ ਮੇਲ ਲਿਆ ਹੈ। ਆਪਣੇ ਨਾਲ ਮੇਲ ਕੇ ਸਰੂਪ ਰੂਪੀ ਮਹਿਲ ਦੇ ਵਿੱਚ ਅਭੇਦ ਕਰਿਆ ਹੈ। ਇੱਕ ਭਰਮ ਭੂਲੇ ਫਿਰਦੇ ਆ। ਇੱਕ ਉਹ ਮਨਮੁਖ ਹਨ ਜਿਹੜੇ ਭਰਮ ਦੇ ਵਿੱਚ ਭੁੱਲੇ ਫਿਰ ਰਹੇ ਨੇ ਸੰਸਾਰ ਵਿੱਚ। ਅੰਤ ਤੇਰਾ ਤੂੰ ਹੈ ਜਾਣ ਹੈ। ਇਹ ਕਈ ਤਰ੍ਹਾਂ ਦੀ ਰਚਨਾ ਹੈ ਪਰਮੇਸ਼ਰ ਤੇਰੀ। ਕੋਈ ਸੰਸਾਰ ਵਿੱਚ ਭਟਕ ਰਿਹਾ ਏ, ਕੋਈ ਤੇਰੇ ਚਰਨਾਂ ਵਿੱਚ ਜੁੜਿਆ ਹੋਇਆ ਏ। ਇਹ ਕੋਈ ਆ ਰਿਹਾ ਸੰਸਾਰ ਤੇ ਕੋਈ ਜਾ ਰਿਹਾ ਏ। ਕਈ ਰੰਗਾਂ ਦੀ ਇਹ ਦੁਨੀਆ ਹੈ। ਤੇਰੇ ਅੰਤ ਨੂੰ ਤੂੰ ਹੀ ਜਾਣ ਸਕਦਾ ਹੈ। ਸਾਨੂੰ ਤਾਂ ਇਸ ਲੋਕ ਦੀ ਵੀ ਸਮਝ ਨਹੀਂ ਹੈ, ਅਸੀਂ ਤੇਰੇ ਬਾਰੇ ਕੀ ਕਹਿ ਸਕਨੇ ਆ। ਤੇਰੇ ਅੰਤ ਨੂੰ ਤੂੰ ਆਪ ਹੀ ਜਾਣਨ ਵਾਲਾ ਹੈ। ਤੂੰ ਸਭ ਮਹਿ ਰਹਿਆ ਸਮਾਏ। ਤੂੰ ਸਾਰਿਆਂ ਦੇ ਵਿੱਚ ਸਮਾ ਰਿਹਾ ਹੈ, ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ। ਸੱਚ ਕਹੈ ਨਾਨਕ ਸੁਨਹੁ ਸੰਤੋ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਨੇ ਕਿ ਇਹ ਸੰਤ ਜਨੋ ਸੁਣਨਾ ਕਰੋ। ਹਰ ਵਰਤੈ ਧਰਮ ਨਿਆਏ। ਜੋ ਕੁਝ ਵੀ ਵਰਤ ਰਿਹਾ ਹੈ, ਜੋ ਕੁਝ ਵੀ ਹੋ ਰਿਹਾ ਹੈ, ਇਹ ਪਰਮੇਸ਼ਰ ਵੱਲੋਂ ਧਰਮ ਦਾ ਇਨਸਾਫ ਹੀ ਹੋ ਰਿਹਾ ਹੈ। ਆਵਹੋ ਮਿਲਹੋ ਸਹੇਲੀ ਹੋ ਮੇਰੇ ਲਾਲ ਜੀਓ। ਸਤਿਗੁਰੂ ਜੀ ਅਗਲਾ ਬੰਦ ਇਸ ਸੰਤ ਦਾ ਬਖਸ਼ਿਸ਼ ਕਰਦੇ ਨੇ। ਇੱਕ ਜਿਹੜਾ ਬੰਦ ਪੂਰਾ ਹੁੰਦਾ ਉਸ ਤੋਂ ਬਾਅਦ ਦੂਸਰਾ ਬੰਦ।
ਇਹਦੇ ਵਿੱਚ 4 ਬੰਦ ਹਨ। ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ, ਆਵੋ ਮਿਲੋ, ਆ ਕੇ ਮਿਲਣਾ ਕਰੋ। ਕਿਹਨਾਂ ਨੂੰ ਕਿਹਾ? ਹੇ ਮੇਰੇ ਪਿਆਰੇ ਪਰਮੇਸ਼ਰ ਦੀਆਂ ਸਖੀਓ ਸਹੇਲੀਓ, ਸੰਤ ਜਨੋ, ਮਹਾਤਮਾ ਜਨੋ, ਕਿਰਪਾ ਕਰਕੇ ਮੈਨੂੰ ਆ ਕੇ ਮਿਲੋ। ਹਰ ਹਰ ਨਾਮ ਅਰਾਧੇ RAM। ਕੀ ਕਰਨਾ ਹੈ ਮਿਲ ਕੇ? ਕਹਿੰਦੇ ਤੁਹਾਡੇ ਨਾਲ ਮਿਲ ਕੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਅਰਾਧਨਾ ਕਰੀਏ। ਜੋ ਰਾਮ ਪਰਮੇਸ਼ਰ ਹੈ ਉਸ ਦੇ ਨਾਮ ਦੀ ਅਰਾਧਨਾ ਕਰੀਏ ਜੀ। ਕਰ ਸੇਵਹੁ ਪੂਰਾ ਸਤਿਗੁਰੂ, ਮੇਰੇ ਲਾਲ ਜੀਓ। ਹੱਥਾਂ ਦੇ ਨਾਲ ਪੂਰਿਆਂ ਸਤਿਗੁਰਾਂ ਦੀ ਸੇਵਾ ਕਰੀਏ। ਹੇ ਮੇਰੇ ਪਿਆਰੇ ਜੀ, ਜਮ ਕਾ ਮਾਰਗ ਸਾਧੇ RAM। ਸਤਿਗੁਰਾਂ ਦੀ ਸੇਵਾ ਕਰਕੇ ਜਮਾਂ ਦਾ ਜਿਹੜਾ ਮਾਰਗ ਹੈ ਸਾਧੇ, ਇਸ ਨੂੰ ਸਾਧ ਲੈਣਾ ਕਰੋ। ਇਹ ਰਸਤੇ ਨੂੰ ਸਾਫ਼ ਕਰ ਲਵੋ, ਇਹ ਰਸਤੇ ਨੂੰ ਫਤਿਹ ਕਰ ਲਵੋ ਕਿ ਜਮ ਰਸਤੇ ਵਿੱਚ ਸਤਾਉਣ ਨਾ, ਕਿਸੇ ਤਰ੍ਹਾਂ ਦੀ ਕੋਈ ਬਿਪਤਾ ਨਾ ਆ ਪਵੇ। ਇਹ ਜਮਾਂ ਦਾ ਜਿਹੜਾ ਮਾਰਗ ਹੈ ਭਾਈ, ਇਹਨੂੰ ਸਾਫ਼ ਕਰ ਲੈਣਾ ਕਰੀਏ। ਪਰਮੇਸ਼ਰ ਅਕਾਲ ਪੁਰਖ ਦੀ ਸੇਵਾ ਕਰਕੇ ਮਾਰਗ ਵਿਖੜਾ ਸਾਧ ਗੁਰਮੁਖ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਮੁਖਾਂ ਦੀ ਸੰਗਤ ਕਰਕੇ, ਮੁਖੀ ਗੁਰਾਂ ਦੇ ਦੁਆਰਾ ਭਾਈ ਇਹ ਜਿਹੜਾ ਵਿਖੜਾ ਮਾਰਗ ਹੈ ਨਾ, ਬੜਾ ਔਖਾ ਰਸਤਾ, ਔਖਾ ਰਸਤਾ। ਤੂੰ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਇਸ ਨੂੰ ਪਾਰ ਕਰ, ਇਸ ਨੂੰ ਸਾਧ ਲੈ, ਇਸ ਨੂੰ ਸੌਖਾ ਕਰ ਲੈ। ਜਿਹੜਾ ਬੜਾ ਰਸਤਾ ਔਖਾ ਹੈ ਪਾਰ ਕਰਨਾ, ਤੇ ਸਤਿਗੁਰਾਂ ਨੂੰ ਆਪਣਾ ਸਾਥੀ ਬਣਾ ਕੇ ਇਹਨੂੰ ਸੌਖਾ ਕਰ ਲੈ। ਹਰ ਦਰਗਹਿ ਸੋਭਾ ਪਾਈਐ। ਪਰਮਾਤਮਾ ਅਕਾਲ ਪੁਰਖ ਦੀ ਜੋ ਦਰਗਾਹ ਹੈ ਉਥੋਂ ਦੀ ਸੋਭਾ ਪ੍ਰਾਪਤ ਕਰ ਲੈਣਾ ਕਰ। ਜਿਨ ਕੋ ਵਿਧਾਤੈ ਧੁਰਹੁ ਲਿਖਿਆ। ਫਲ ਵਰ ਦਾਤੇ ਦੇਣ ਵਾਲੇ ਪਰਮੇਸ਼ਰ ਨੇ ਜਿਨ੍ਹਾਂ ਨੂੰ ਧੁਰੋਂ ਹੀ ਆਪਣੀ ਕਿਰਪਾ ਰੂਪੀ ਲੇਖ ਲਿਖ ਕੇ ਭੇਜਿਆ ਹੈ। ਤਿਨਾ ਰੈਣ ਦਿਨ ਲਿਵ ਲਾਈਐ। ਉਹਨਾਂ ਦੇ ਹਿਰਦੇ ਵਿੱਚ ਦਿਨ ਰਾਤ ਪਰਮੇਸ਼ਰ ਦੀ ਲਿਵ ਲੱਗੀ ਰਹਿੰਦੀ ਹੈ। ਹਉਮੈ ਮਮਤਾ ਮੋਹ ਛੁਟਾ। ਹੰਗਤਾ ਮਮਤਾ ਦਾ ਜਿਹੜਾ ਮੋਹ ਹੈ ਉਹਨਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਜਾ ਸੰਗ ਮਿਲਿਆ ਸਾਧੇ। ਕਦੋਂ ਛੁਟਕਾਰਾ ਹੁੰਦਾ ਹੰਗਤਾ ਤੇ ਮਮਤਾ ਤੋਂ? ਮਹਾਰਾਜ ਕਹਿੰਦੇ ਜਦੋਂ ਸਾਧੂਆਂ ਦੀ ਸੰਗਤ ਪ੍ਰਾਪਤ ਹੋ ਜਾਏ, ਜਦੋਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਸਾਧੂ ਜਨ, ਉਹਨਾਂ ਦੀ ਸਤ ਸੰਗਤ ਹੋ ਜਾਏ। ਜਨ ਕਹੈ ਨਾਨਕ ਮੁਕਤ ਹੋਆ। ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਭਾਈ ਉਹ ਮੁਕਤ ਹੋ ਜਾਂਦਾ ਹੈ। ਹਰ ਹਰ ਨਾਮ ਅਰਾਧੇ। ਜਿਨ੍ਹਾਂ ਨੇ ਨਾਮ ਨੂੰ ਅਰਾਧਨਾ ਕੀਤਾ ਹੈ ਜੀ। ਕਰ ਜੋੜੇ ਹੋ ਸੰਤ ਇਕੱਤਰ ਹੋਏ, ਮੇਰੇ ਲਾਲ ਜੀਓ। ਹੇ ਮੇਰੇ ਪਿਆਰੇ ਜੀ, ਜੋ ਸੰਤ ਜਨ ਜਿੱਥੇ ਇਕੱਤਰ ਹੁੰਦੇ ਹਨ ਉਹਨਾਂ ਦੇ ਪਾਸ ਜਾ ਕੇ ਹੱਥ ਜੋੜ ਕੇ ਬੇਨਤੀ ਕਰਨੀ ਚਾਹੀਦੀ ਹੈ। ਜਿੱਥੇ ਵੀ ਰੱਬ ਦੇ ਪਿਆਰੇ ਇਕੱਠੇ ਹੁੰਦੇ ਨੇ, ਮਿਲ ਕੇ ਬੈਠ ਕੇ ਭਜਨ ਬੰਦਗੀ ਵਿੱਚ ਜੁੜਦੇ ਹਨ, ਮਹਾਰਾਜ ਕਹਿੰਦੇ ਉਹਨਾਂ ਦੇ ਪਾਸ ਜਾ ਕੇ ਹੱਥ ਜੋੜ ਕੇ ਬੇਨਤੀ ਕਰੀਏ। ਕੀ ਬੇਨਤੀ ਕਰਨੀ ਹੈ ਕਿ ਇਹ ਸੰਤ ਜਨੋ ਕਿਰਪਾ ਕਰਕੇ ਸਾਨੂੰ ਵੀ ਪਰਮਾਤਮਾ ਦੇ ਨਾਲ ਜੋੜ ਦਵੋ। ਅਬਿਨਾਸੀ ਪੁਰਖ ਪੂਜਿਆ RAM। ਉਹਨਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਅਕਾਲ ਪੁਰਖ ਦੀ ਭਾਈ ਪੂਜਾ ਕਰਨੀ ਚਾਹੀਦੀ ਹੈ। ਬਹੁ ਵਿਧ ਪੂਜਾ ਖੋਜੀਆ, ਮੇਰੇ ਲਾਲ ਜੀਓ। ਮਹਾਰਾਜ ਪੂਜਾ ਕਿਹੋ ਜੀ ਕਰਨੀ ਚਾਹੀਦੀ ਹੈ? ਕੋਈ ਲੋਕ ਕਿਸੇ ਤਰ੍ਹਾਂ ਦੀ ਪੂਜਾ ਕਰਦਾ, ਜਿਵੇਂ ਦੇਵੀਆਂ ਦੇਵਤਿਆਂ ਨੂੰ ਪੂਜਣ ਵਾਲੇ ਲੋਕ ਪੂਜਾ ਕਰਦੇ ਨੇ। ਉਹ ਕਈ ਤਰ੍ਹਾਂ ਦੀਆਂ ਆਰਤੀਆਂ ਉਤਾਰਦੇ ਹਨ, ਦੀਵੇ ਜਗਾਉਂਦੇ ਨੇ, ਤੇ ਹੋਰ ਵੀ ਕਈ ਤਰ੍ਹਾਂ ਦੇ ਤਰੀਕੇ ਦੇ ਨਾਲ ਮੂਰਤੀ ਦੀ ਪੂਜਾ ਕਰਦੇ ਨੇ। ਕੋਈ ਜੰਡ ਦੀ ਪੂਜਾ ਕਰਦਾ ਏ ਤੇਲ ਪਾ ਕੇ, ਕੋਈ 14 ਵਾਲੇ ਦਿਨ ਲੱਸੀ ਚੜ੍ਹਾ ਕੇ ਆਪਣੇ ਬਾਬੇ ਦੀ ਖੇਤ ਵਿੱਚ ਪੂਜਾ ਕਰ ਆਉਂਦਾ ਹੈ, ਕੋਈ ਮੜੀਆਂ ਮੱਟਾਂ ਦੀ ਪੂਜਾ ਕਰ ਆਉਂਦਾ ਹੈ। ਮਹਾਰਾਜ ਤੁਸੀਂ ਕਿੱਦਾਂ ਦੀ ਪੂਜਾ ਕਹਿ ਰਹੇ ਹੋ?
ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੱਸਦੇ ਨੇ, ਕਹਿੰਦੇ ਬਹੁ ਵਿਧ ਪੂਜਾ ਖੋਜੀਆਂ ਮੇਰੇ ਲਾਲ ਜੀਓ। ਹੇ ਮੇਰੇ ਪਿਆਰੇ, ਅਸੀਂ ਬੜੇ ਤਰ੍ਹਾਂ ਦੀਆਂ ਪੂਜਾ ਕਰਨ ਦੀ ਖੋਜ ਕੀਤੀ ਹੈ। ਸੰਸਾਰ ਵਿੱਚ ਬੜੇ ਤਰ੍ਹਾਂ ਦੀ ਪੂਜਾ ਹੋ ਰਹੀ ਹੈ, ਸਾਰਿਆਂ ਦੀ ਅਸੀਂ ਖੋਜ ਕੀਤੀ ਹੈ। ਕਿਹੋ ਜਿਹੀ ਪੂਜਾ ਕਰਨੀ ਚਾਹੀਦੀ ਹੈ? ਸਤਿਗੁਰੂ ਜੀ ਦੱਸਦੇ ਹਨ, ਇਹੋ ਮਨ ਤਨ ਸਭ ਅਰਪੇਹਾ ਰਾਮ। ਸਭ ਤੋਂ ਸ੍ਰੇਸ਼ਟ ਅਤੇ ਉੱਤਮ ਪੂਜਾ ਕਿਹੜੀ ਹੈ? ਇਹੋ ਮਨ ਤਨ ਸਭ ਅਰਪੇਹਾ ਰਾਮ। ਰਾਮ ਪਰਮੇਸ਼ਰ ਨੂੰ ਸਾਰਾ ਤਨ ਮਨ ਧਨ ਅਰਪਣ ਕਰਨਾ, ਆਪਣੇ ਆਪ ਨੂੰ ਗੁਰੂ ਚਰਨਾਂ ਵਿੱਚ ਸਮਰਪਣ ਕਰਨਾ, ਮਨ ਵੀ ਦੇ ਦੇਣਾ, ਤਨ ਵੀ ਦੇ ਦੇਣਾ, ਧਨ ਵੀ ਗੁਰੂ ਸਾਹਿਬ ਜੀ ਨੂੰ ਅਰਪਣ ਕਰਨਾ। ਇਸ ਤਰ੍ਹਾਂ ਦੀ ਪੂਜਾ ਹੈ ਗੁਰੂ ਕੀ, ਜੋ ਸਭ ਤੋਂ ਉੱਤਮ ਹੈ ਅਤੇ ਸ੍ਰੇਸ਼ਟ ਹੈ। ਐਸੀ ਜਿਹੜੀ ਪੂਜਾ ਸਿੱਖ ਨੂੰ ਕਰਨੀ ਚਾਹੀਦੀ ਹੈ, ਹੋਰਨਾਂ ਪੂਜਾ ਨੂੰ ਛੱਡ ਕੇ। ਮਨ ਤਨ ਧਨ ਸਭ ਪ੍ਰਭੂ ਕੇਰਾ। ਮਨ ਤਨ ਇਹ ਤਾਂ ਸਭ ਪ੍ਰਮਾਤਮਾ ਅਕਾਲ ਪੁਰਖ ਦਾ ਹੀ ਹੈ। ਕਿਆ ਕੋ ਪੂਜ ਚੜਾਵੇ। ਇਹਨਾਂ ਦੀ ਕਾਹਦੀ ਪੂਜਾ ਚੜਾਉਣੀ ਹੈ? ਇੱਥੇ ਮਹਾਰਾਜ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਕਿ ਭਾਈ ਇਸ ਗੱਲ ਦਾ ਕਦੇ ਹੰਕਾਰ ਨਾ ਕਰ ਬੈਠੀ ਕਿ ਮੈਂ ਤਾਂ ਜੀ ਗੁਰੂ ਨੂੰ ਆਪਣਾ ਤਨ ਮਨ ਧਨ ਦਿੱਤਾ ਹੋਇਆ, ਮੈਂ ਤਾਂ ਗੁਰੂ ਨੂੰ ਆਪਣਾ ਸਰੀਰ ਭੇਟਾ ਕੀਤਾ ਹੈ। ਨਹੀਂ, ਆਪਾਂ ਨਹੀਂ ਭੇਟਾ ਕੋਈ ਦੇ ਸਕਦੇ, ਇਹ ਤਾਂ ਪਹਿਲਾਂ ਹੀ ਗੁਰੂ ਨੇ ਦਿੱਤਾ ਹੋਇਆ। ਸਰੀਰ ਵੀ ਗੁਰੂ ਨੇ ਦਿੱਤਾ ਏ, ਮਨ ਵੀ ਗੁਰੂ ਨੇ ਦਿੱਤਾ ਏ, ਤੇ ਤਨ ਵੀ ਗੁਰੂ ਨੇ ਦਿੱਤਾ। ਸਭ ਕੁਝ ਤਾਂ ਗੁਰੂ ਦਾ ਦਿੱਤਾ ਹੋਇਆ। ਗੁਰੂ ਨੂੰ ਸਮਰਪਣ ਕਰਕੇ ਇਸ ਗੱਲ ਦਾ ਅਭਿਮਾਨ ਨਹੀਂ ਕਰਨਾ। ਜੇ ਇਸ ਗੱਲ ਦਾ ਅਭਿਮਾਨ ਹੋ ਗਿਆ ਤੇ ਮਹਾਰਾਜ ਜੀ ਕਹਿੰਦੇ ਫਿਰ ਤੂੰ ਦਿੱਤਾ ਕੀ ਹੈ? ਇਹ ਤਾਂ ਚੀਜ਼ਾਂ ਗੁਰੂ ਦੀਆਂ ਹੀ ਸਨ ਤੇ ਗੁਰੂ ਨੂੰ ਹੀ ਦੇ ਕੇ ਤੇ ਤੂੰ ਹੰਕਾਰ ਕਰਨਾ ਪਿਆ ਹੈ। ਤੇ ਇਸ ਤਰ੍ਹਾਂ ਦੀ ਪੂਜਾ ਵੀ ਪ੍ਰਵਾਨ ਨਹੀਂ ਹੈ। ਕਿਆ ਕੋ ਪੂਜ ਚੜਾਵੇ, ਫਿਰ ਕਾਹਦੀ ਜਿਹੜੀ ਪੂਜਾ ਤੇਰੀ ਕੀਤੀ ਹੋਈ ਚੜਾਵੇ ਦੀ ਉਹ ਪ੍ਰਵਾਨ ਨਹੀਂ ਹੋਵੇਗੀ। ਇਸ ਗੱਲ ਦਾ ਕਦੇ ਵੀ ਹੰਕਾਰ ਨਾ ਕਰਨਾ ਕਿ ਮੈਂ ਗੁਰੂ ਨੂੰ ਸਮਰਪਣ ਹੋ ਗਿਆ ਹਾਂ ਤੇ ਮੈਂ ਸਭ ਕੁਝ ਗੁਰੂ ਨੂੰ ਅਰਪਣ ਕਰ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਹੰਕਾਰ ਹੈ, ਵਿਕਾਰ ਹਨ, ਇਹਨਾਂ ਨੂੰ ਵੀ ਨਿਵਰਤ ਕਰਨਾ ਹੈ। ਜਿਸ ਹੋਏ ਕਿਰਪਾਲ ਦਇਆਲ ਸੁਆਮੀ। ਜਿਨ੍ਹਾਂ ਦੇ ਉੱਪਰ ਦਇਆ ਦਾ ਘਰ ਸੁਆਮੀ ਮਾਲਕ ਵਾਹਿਗੁਰੂ ਜੀ ਕਿਰਪਾਲੂ ਹੁੰਦੇ ਹਨ, ਸੋ ਪ੍ਰਭ ਅੰਕ ਸਮਾਵੇ। ਉਹ ਪਰਮੇਸ਼ਰ ਦੇ ਅੰਕ ਸਰੂਪ ਵਿੱਚ ਸਮਾ ਜਾਂਦੇ ਹਨ ਜੀ। ਭਾਗ ਮਸਤਕ ਹੋਏ ਜਿਸ ਕੈ। ਜਿਨ੍ਹਾਂ ਦੇ ਮਸਤਕ ਤੇ ਚੰਗੇ ਭਾਗ ਹਨ, ਜਿਨ੍ਹਾਂ ਦੇ ਮੱਥੇ ਤੇ ਚੰਗੇ ਭਾਗਾਂ ਦਾ ਲੇਖ ਪਰਮੇਸ਼ਰ ਨੇ ਲਿਖਿਆ ਹੈ। ਤਿਸ ਗੁਰ ਨਾਲ ਸਨੇਹਾ। ਉਹਨਾਂ ਸਿੱਖਾਂ ਦਾ ਗੁਰੂ ਦੇ ਨਾਲ ਪ੍ਰੇਮ ਬਣਦਾ, ਉਹਨਾਂ ਦਾ ਗੁਰੂ ਦੇ ਨਾਲ ਬੜਾ ਸਨੇਹ ਹੁੰਦਾ ਏ। ਸਨੇਹ ਦਾ ਭਾਵ ਹੈ ਸ੍ਰੇਸ਼ਟ ਪਿਆਰ, ਸ੍ਰੇਸ਼ਟ ਪ੍ਰੀਤ ਹੁੰਦੀ ਹੈ ਉਸ ਸਿੱਖ ਦੀ ਗੁਰੂ ਨਾਲ ਜਿਨ੍ਹਾਂ ਦੇ ਮਸਤਕ ਦੇ ਉੱਪਰ ਚੰਗੇ ਭਾਗਾਂ ਦਾ ਲੇਖ ਪਿਆ ਹੈ। ਜਨ ਕਹੈ ਨਾਨਕ ਮਿਲ ਸਾਧ ਸੰਗਤ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਈ ਸਾਧ ਸੰਗਤ ਦੇ ਵਿੱਚ ਮਿਲ ਕੇ ਹਰ ਹਰ ਨਾਮ ਪੂਜੇਹਾ। ਹਰੀ ਪਰਮਾਤਮਾ ਦੇ ਨਾਮ ਦੀ ਪੂਜਾ ਕਰਿਆ ਕਰੀਏ। ਦਹਿ ਦਿਸ ਖੋਜਤ ਹਮ ਫਿਰੇ ਮੇਰੇ ਲਾਲ ਜੀਓ। ਹੇ ਮੇਰੇ ਲਾਲ, ਮੇਰੇ ਪਿਆਰੇ ਜੀਓ, 10 ਦਿਸ਼ਾਵਾਂ ਦੇ ਵਿੱਚ 10 ਦਿਸ਼ਾਵਾਂ ਕਿਹੜੀਆਂ ਹਨ? 4 ਦਿਸ਼ਾਵਾਂ ਤਾਂ ਆਪਾਂ ਨੂੰ ਪਤਾ ਹੀ ਹੈ, ਪੂਰਬ, ਪੱਛਮ, ਉੱਤਰ, ਦੱਖਣ। ਇਹਨਾਂ 4 ਦਿਸ਼ਾਵਾਂ ਦਾ ਜਿਹੜਾ ਵਿਚਕਾਰਲਾ ਹਿੱਸਾ ਏ ਉਹਨਾਂ ਨੂੰ ਵੀ 4 ਦਿਸ਼ਾਵਾਂ ਮਹਾਰਾਜ ਸਾਹਿਬ ਜੀ ਨੇ ਕਿਹਾ ਏ। ਉਹ ਕੌਣ ਹੁੰਦੇ ਹਨ? ਅਗਨ, ਕੋਣ, ਆਦਿਕ। ਤੇ ਇਹ ਜਿਹੜੇ 8 ਦਿਸ਼ਾਵਾਂ ਬਣ ਗਈਆਂ। 4 ਦਿਸ਼ਾਵਾਂ ਦੇ ਵਿਚਕਾਰਲੇ ਹਿੱਸੇ ਨੂੰ ਵੀ ਵੇਖੀਏ ਤੇ ਉਹ ਵੀ 4 ਹਨ। ਤੇ ਆਕਾਸ਼ ਵੱਲ ਇੱਕ ਹਿੱਸਾ ਹੈ, ਇੱਕ ਹਿੱਸਾ ਪਤਾਲ ਵੱਲ ਹੈ। ਕੁੱਲ ਬਣ ਗਈਆਂ 10। ਮਹਾਰਾਜ ਜੀ ਕਹਿੰਦੇ ਨੇ ਦਹਿ ਦਿਸ ਖੋਜਤ ਹਮ ਫਿਰੇ। 10 ਦਿਸ਼ਾਵਾਂ ਦੇ ਵਿੱਚ ਖੋਜਦੇ ਖੋਜਦੇ ਅਸੀਂ ਫਿਰਦੇ ਸੀ। ਹਰ ਪਾਇੜਾ ਘਰ ਆਏ RAM। ਉਸ ਰਾਮ ਪਰਮੇਸ਼ਰ ਨੂੰ ਅਸੀਂ ਅੰਤਰਮੁਖੀ ਆਪਣੇ ਘਰ ਦੇ ਵਿੱਚ ਹੀ ਪ੍ਰਾਪਤ ਕਰ ਲਿਆ ਹੈ।
ਹਰ ਮੰਦਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ। हे मेरे प्यारे जी, परमेश्वर अकाल पुरख ने ये शरीर रूपी हर मंदिर साजिया है। शरीर रूपी अपना घर बनाया है। सबना जीवां दे जितने भी शरीर ਹਨ ਇਹ परमेश्वर ਦਾ ਘਰ है। ਇੱਥੇ परमेश्वर ने अपना ठिकाना ਕੀਤਾ ਹੋਇਆ ਹੈ। ਉਹ ਗੱਲ ਵੱਖਰੀ ਹੈ ਬਈ ਸਾਡੀ ਦ੍ਰਿਸ਼ਟੀ ਤੋਂ ਉਹ ਪਰਮਾਤਮਾ ਪਰੇ ਹੈ, ਸਾਡੇ ਤੋਂ ਉਹ ਗੁਪਤ ਹੋ ਕੇ ਵਰਤ ਰਿਹਾ ਹੈ। ਤੇ ਜਿਨ੍ਹਾਂ ਨੇ ਬੰਦਗੀ ਭਗਤੀ ਕੀਤੀ ਹੈ ਉਹਨਾਂ ਨੂੰ ਪ੍ਰਗਟ ਹੋ ਕੇ ਉਹ ਦਰਸ਼ਨ ਵੀ ਦਿੰਦਾ ਹੈ। ਸਾਡੇ ਜਿਹੜੀ ਨਿਗਾਹ ਹੈ ਨਾ, ਸਾਡੀ ਅੱਖ ਦੇ ਵਿੱਚ ਕੋਈ ਕਚਰਾ ਪੈ ਜਾਏ ਤੇ ਦਿਸਦਾ ਨਹੀਂ ਕੁਝ ਵੀ। ਰਸਤੇ ਤੇ ਤੁਰੇ ਜਾਂਦਿਆਂ ਕਿਤੇ ਮਿੱਟੀ ਘੱਟਾ ਪੈਣਾ ਸ਼ੁਰੂ ਹੋ ਜਾਏ ਤੇ ਅੱਗੇ ਕੁਝ ਦਿਸਦਾ ਹੀ ਨਹੀਂ ਹੈ ਜਦੋਂ ਧੂੜ ਅੱਖਾਂ ਵਿੱਚ ਪੈਂਦੀ ਹੈ। ਇਸੇ ਤਰ੍ਹਾਂ ਵਿਸ਼ਿਆਂ ਵਿਕਾਰਾਂ ਦੀ ਧੂੜ ਮਨੁੱਖ ਦੀ ਵੈਰਾਗ ਰੂਪੀ ਅੱਖਾਂ ਦੇ ਉੱਪਰ ਪਈ ਹੋਈ ਹੈ। ਜਿਹੜਾ ਮਨ ਰੂਪੀ ਸ਼ੀਸ਼ਾ ਹੈ ਜਿਸ ਦੇ ਰਾਹੀਂ ਪਰਮੇਸ਼ਰ ਨੇ ਦਿਸਣਾ ਸੀ, ਇਹ ਮਨ ਮੈਲਾ ਹੀ ਇੰਨਾ ਹੋਇਆ ਪਿਆ। ਉਹ ਜਿਵੇਂ ਗੰਨੇ ਦਾ ਰਸ ਕੱਢਣ ਵਾਲਾ ਹੁੰਦਾ ਹੈ ਨਾ, ਉਹ ਆਪਣੇ ਵੇਲਣੇ ਨੂੰ ਸਾਫ਼ ਕਰਨ ਲਈ ਇੱਕ ਕੱਪੜਾ ਵਰਤਦਾ ਏ। ਉਹ ਕੱਪੜਾ ਇੰਨਾ ਮੈਲਾ ਹੁੰਦਾ, ਇੰਨਾ ਮੈਲਾ, ਉਹਨੂੰ ਜਿੰਨਾ ਮਰਜ਼ੀ ਸਾਬਣ ਲਾਈ ਜਾਈਏ ਧੋਤਾ ਹੀ ਨਹੀਂ ਜਾਂਦਾ, ਸਾਫ਼ ਨਹੀਂ ਹੁੰਦਾ। ਉਹਨੂੰ ਮਹਾਰਾਜ ਸਾਹਿਬ ਜੀ ਨੇ ਕਿਹਾ, ਖੰਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਨ ਪਾਹੇ। ਉਹਨੂੰ ਸਾਫ਼ ਕਰਨਾ ਬੜਾ ਕਠਿਨ ਹੁੰਦਾ ਏ, ਇੰਨੀ ਮੈਲ ਹੁੰਦੀ ਉਸ ਦੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਮਨ ਅਸੀਂ ਮੈਲਾ ਹੀ ਇੰਨਾ ਕੀਤਾ ਹੋਇਆ, ਇਹਨੂੰ ਸਾਫ਼ ਕਰਨਾ ਹੀ ਬੜਾ ਔਖਾ। ਪਾਪਾਂ ਦੀ ਮੈਲ ਹੀ ਮੈਲ ਚੰਬੜੀ ਹੋਈ ਹੈ ਤੇ ਕਿਵੇਂ ਪਰਮੇਸ਼ਰ ਦੇ ਦਰਸ਼ਨ ਹੋਣਗੇ। ਹੈ ਉਹ ਸਾਰਿਆਂ ਦੇ ਵਿੱਚ ਹੀ, ਸਭਨਾਂ ਦੇ ਵਿੱਚ ਉਹ ਬੈਠਾ ਹੋਇਆ। ਉਸ ਨੇ ਸਰੀਰ ਰੂਪੀ ਹਰਮੰਦਰ ਬਣਾਇਆ ਹੈ। ਹਰ ਤਿਸ ਮਹਿ ਰਹਿਆ ਸਮਾਏ RAM। ਇਸ ਹਰ ਮੰਦਰ ਪਰਮਾਤਮਾ ਅਕਾਲ ਪੁਰਖ ਨੇ, ਵਾਹਿਗੁਰੂ ਨੇ, ਮੰਦਰ ਦਾ ਭਾਵ ਹੁੰਦਾ ਘਰ। ਇਹ ਕੋਈ ਟੱਲ ਖੜਕਾਉਣ ਵਾਲਾ ਜਾਂ ਮੂਰਤੀ ਵਾਲਾ ਮੰਦਰ ਨਹੀਂ। ਇੱਥੇ ਮਹਾਰਾਜ ਸਾਹਿਬ ਜੀ ਨੇ ਸਰੀਰ ਰੂਪੀ ਘਰ ਦੇ ਵਾਸਤੇ ਬਚਨ ਕਹੇ ਨੇ। ਜੋ ਸਰੀਰ ਰੂਪੀ ਘਰ ਇਸ ਦੇ ਵਿੱਚ ਉਹ ਰਮਿਆ ਹੋਇਆ ਹੈ, ਬੈਠਾ ਹੈ। ਸਰਬੇ ਸਮਾਣਾ ਆਪ ਸੁਆਮੀ। ਆਪ ਹੀ ਉਹ ਸੁਆਮੀ ਮਾਲਕ ਸਾਰਿਆਂ ਦੇ ਵਿੱਚ ਸਮਾਇਆ ਹੈ ਜੀ। ਗੁਰਮੁਖ ਪ੍ਰਗਟ ਹੋਇਆ। ਗੁਰਮੁਖਾਂ ਦੇ ਅੰਦਰੋਂ ਪ੍ਰਗਟ ਹੋ ਆਇਆ ਹੈ, ਜੋ ਮੁਖੀ ਗੁਰਾਂ ਦੇ ਨਾਲ ਜੁੜੇ ਹਨ। ਮਿਟਿਆ ਅੰਧੇਰਾ ਦੁੱਖ ਨਾਠਾ। ਉਹਨਾਂ ਦਾ ਜੰਮਣ ਮਰਨ ਦਾ ਦੁੱਖ ਨਾਠਾ ਨਸ ਜਾਂਦਾ ਏ, ਭੱਜ ਜਾਂਦਾ ਹੈ, ਨਾਸ਼ ਹੋ ਜਾਂਦਾ ਹੈ ਤੇ ਅਗਿਆਨਤਾ ਦਾ ਹਨੇਰਾ ਵੀ ਮਿਟ ਜਾਂਦਾ ਹੈ ਜੀ। ਅਮਿਓ ਹਰ ਰਸ ਚੋਇਆ। ਜਿਨ੍ਹਾਂ ਦੇ ਮੁਖ ਵਿੱਚ ਪਰਮੇਸ਼ਰ ਨੇ ਆਪਣਾ ਨਾਮ ਰੂਪੀ ਅੰਮ੍ਰਿਤ ਚੋ ਦਿੱਤਾ ਹੈ। ਜਹਾ ਦੇਖਾ ਤਹਾ ਸੁਆਮੀ। ਜਿੱਧਰ ਵੀ ਹੁਣ ਦੇਖਦੇ ਹਾਂ ਉਧਰ ਹੀ ਮਾਲਕ ਸੁਆਮੀ ਵਾਹਿਗੁਰੂ ਦ੍ਰਿਸ਼ਟੀ ਵਿੱਚ ਆਉਂਦਾ ਹੈ। ਪਾਰ ਬ੍ਰਹਮ ਸਭ ਠਾਏ। ਕਿਉਂਕਿ ਉਹ ਪਾਰ ਬ੍ਰਹਮ ਪਰਮੇਸ਼ਰ ਪਰਿਪੂਰਨ ਹੈ, ਸਾਰੀਆਂ ਥਾਵਾਂ ਤੇ ਰਮਿਆ ਹੈ ਜੀ। ਜਨ ਕਹੈ ਨਾਨਕ ਸਤਿਗੁਰ ਮਿਲਾਇਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਈ ਜਿਨ੍ਹਾਂ ਨੂੰ ਸੱਚਿਆਂ ਗੁਰਾਂ ਨੇ ਆਪਣੇ ਨਾਲ ਮਿਲਾਇਆ ਹੈ, ਹਰ ਪਾਇੜਾ ਘਰ ਆਏ। ਉਹਨਾਂ ਨੇ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਆ ਕੇ ਪਰਮੇਸ਼ਰ ਨੂੰ ਪਾਇਆ ਹੈ, ਪ੍ਰਾਪਤ ਕਰ ਲਿਆ ਹੈ। ਪਰਮੇਸ਼ਰ ਵਾਹਿਗੁਰੂ ਨੂੰ ਉਹਦੇ ਵਿੱਚ ਅਭੇਦਤਾ ਉਹਨਾਂ ਦੀ ਹੋ ਜਾਂਦੀ ਹੈ, ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੇ ਨਾਲ ਮਿਲਾਇਆ ਹੈ। ਇਹ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸ਼ੰਤ ਨਾਮ ਦੀ ਜੋ ਬਾਣੀ ਉਚਾਰਨ ਕੀਤੀ ਹੈ, 542 ਅੰਗ ਇੱਥੇ ਸੰਪੂਰਨ ਹੋਏ ਹਨ। ਇੱਕ ਜਿਹੜਾ ਸ਼ਬਦ ਆਪਾਂ ਸ਼ੰਤਾਂ ਦਾ ਸਰਵਣ ਕੀਤਾ ਏ, ਅੱਗੇ ਮਹਾਰਾਜ ਸਾਹਿਬ ਜੀ ਜਿਵੇਂ ਬਖਸ਼ਿਸ਼ ਕਰਨਗੇ ਅਗਲੇ ਦੀਵਾਨਾਂ ਅੰਦਰ ਸਰਵਣ ਕਰਾਂਗੇ ਜੀ। ਸਮਾਂ ਵਧੇਰੇ ਹੋ ਚੁੱਕਾ ਹੈ, ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਜੀ। ਜਹਾ ਦੇਖਾ ਤਹਾ ਸੁਆਮੀ। ਪਾਰ ਬ੍ਰਹਮ ਸਭ ਠਾਏ। ਜਨ ਕਹੈ ਨਾਨਕ ਸਤਿਗੁਰ ਮਿਲਾਇਆ। ਹਰ ਪਾਇੜਾ ਘਰ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ। ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈਆ। ਸ਼ਬਦੋ ਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ, ਹਰਿ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ। ਜਿਸ ਦੀਆ ਇਹ ਵਡਿਆਈਆ, ਕਹੈ ਨਾਨਕ ਸੁਣਹੁ ਸੰਤ ਹੋ। ਸ਼ਬਦ ਧਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਾ। ਸੇ ਨਾਮ ਹਰਿ ਕੈ ਲਾਗੇ, ਕਹੈ ਨਾਨਕ ਤਹਿ ਸੁਖ ਹੋਆ। ਤਿਤ ਘਰ ਅਨਹਦ ਵਾਜੇ, ਆਨੰਦ ਸੁਨਹੁ ਵਡ ਭਾਗੀ ਹੋ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸਚੀ ਬਾਣੀ, ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ। ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਸੁਣ ਤੇ ਪੁਨੀਤ ਕਹਿ ਤੇ ਪਵਿੱਤ। ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।